ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੇਰੀ ਮਹਿਮਾ ਵਰਨ ਨ ਸਕੂੰ, ਤੂੰ ਸਾਹਿਬ ਗੁਣੀ ਨਿਦਾਣਾ। ਤੂੰ ਸਾਹਿਬ ਗੁਣੀ ਨਿਦਾਣਾ। ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਅਵਗੁਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਦੀ ਬਖਸ਼ੀ ਹੋਈ ਪਿਆਰੀ ਸਾਧ ਸੰਗਤ ਜੀਓ, ਸਾਰੇ ਮਾਈ ਭਾਈ ਬਹੁਤ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੀ ਨਿਤਨੇਮ ਸਾਹਿਬ ਜੀ ਦੀ ਬਾਣੀਆਂ ਸ਼ਬਦ ਕੀਰਤਨ ਵਿੱਚ ਹਾਜ਼ਰੀ ਭਰ ਕੇ ਸਤਿਗੁਰੂ ਦੀ ਖੁਸ਼ੀਆਂ ਝੋਲੀ ਵਿੱਚ ਪਾਉਂਦੇ ਹੋ। ਇਹ ਸਭ ਤੋਂ ਉੱਤਮ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕੋਹ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਰਹਿਣਾ। ਇਹ ਪੂਰਵੇ ਕਰਮਾਂ ਕਰਕੇ ਆਪ ਕੋਈ ਪੂਰਬ ਕਰਮ ਅੰਕੁਰ ਜਬ ਪ੍ਰਗਟੇ। ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ। ਜਨਮ ਜਨਮ ਕੀ ਸੋਈ ਜਾਗੀ। ਕੋਈ ਪੂਰਬਲਾ ਕਰਮ ਅੰਕੁਰ ਫੁੱਟਦਾ ਹੈ ਤੇ ਇਹ ਸਤ ਸੰਗਤ ਪ੍ਰਾਪਤ ਹੁੰਦੀ ਹੈ। ਤੋ ਆਪ ਸਾਰੇ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਸਤਿਗੁਰਾਂ ਦੀ ਖੁਸ਼ੀ ਝੋਲੀ ਵਿੱਚ ਪਵਾ ਰਹੇ ਹੋ। ਆਓ ਕੁਝ ਸਮਾਂ ਚੱਲ ਰਹੀ ਲੜੀਵਾਰ ਸ੍ਰੀ ਜਾਪ ਸਾਹਿਬ ਜੀ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਕਰਾਉਣ ਵਾਲੇ ਸਤਿਗੁਰ ਆਪ ਨੇ ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾਕੇ ਅੰਤਰਜਾਮੀ। ਜਿਸ ਤਰ੍ਹਾਂ ਸਤਿਗੁਰੂ ਨੇ ਬਖਸ਼ਿਸ਼ ਕਰਨੀ ਹੈ, ਸੱਚ ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਉਸ ਦੇ ਬੋਲੇ ਅਸੀਂ ਬੋਲਣਾ ਹੈ, ਉਸ ਨੇ ਆਪ ਕਿਰਪਾ ਕਰਨੀ ਹੈ। ਸੋ ਆਓ ਅਸੀਂ 20 ਪੌੜੀਆਂ ਦੀ ਵਿਚਾਰ ਗੁਰੂ ਬਖਸ਼ੀ ਦੇ ਸਦਕੇ ਸੰਪੂਰਨ ਕੀਤੀਆਂ ਸਨ। ਅੱਜ 21ਵੀਂ ਪੌੜੀ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਉਸ ਪਾਵਨ ਪਵਿੱਤਰ ਧਰਤੀ ਸ੍ਰੀ ਪੌਂਟਾ ਸਾਹਿਬ ਵਿਖੇ ਸਤਿਗੁਰਾਂ ਨੇ ਜੋ ਬਾਣੀ ਉਚਾਰੀ ਹੈ, ਆਓ ਉਸ ਦੀ ਫਿਰ ਵਿਚਾਰ ਕਰਨ ਦਾ ਯਤਨ ਕਰੀਏ। ਵਿਚਾਰਾਂ ਆਰੰਭ ਹੋਣ ਤੋਂ ਪਹਿਲਾਂ ਮਨ ਬਿਰਤੀ ਇਕਾਗਰ ਕਰਕੇ ਹਿਰਦੇ ਦੀ ਗਹਿਰਾਈਆਂ ਵਿੱਚੋਂ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਨਮਸਤਸਤ ਦੇਵੈ ਨਮਸਤੰਗ ਆਪੇਵੈ। ਸਾਧ ਸੰਗਤ ਅੱਖਰ ਫਿਰ ਅਸੀਂ ਚੇਤੇ ਕਰ ਲਈਏ, ਕਿਉਂਕਿ ਕਈ ਵਾਰੀ ਰਿਪੀਟ ਕਰਨ ਨਾਲ ਉਹ ਅੱਖਰ ਅੰਦਰ ਸ਼ੁੱਧਤਾ ਦੇ ਵਿੱਚ ਆ ਜਾਂਦਾ ਹੈ। ਆਮ ਤੌਰ 'ਤੇ ਅਭਿਆਸੀ ਜਿਹੜੇ ਨਹੀਂ ਹੁੰਦੇ ਇਸ ਅੱਖਰ ਨੂੰ ਪੜ੍ਹਦੇ ਨੇ ਨਮ ਸਤ ਸਤ। ਦਰਅਸਲ ਇਹ ਅੱਖਰ ਹੈ ਨਮਸਤਸਤ। ਅਗਰ ਸੰਧੀ ਵਿਛੇਦ ਕਰੀਏ ਤੇ ਨਮਸਤਸਤ, ਇਹਦਾ ਭਾਵ ਇਹ ਹੁੰਦਾ ਕਿ ਹੇ ਪਰਮਾਤਮਾ ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਤੋ ਸਤਿਗੁਰ ਕਹਿੰਦੇ ਨੇ ਨਮਸਤਸਤ ਦੇਵੈ। ਹੇ ਪਰਮਾਤਮਾ, ਇਹਦੇ ਬੜੇ ਅੱਖਰ ਅਰਥ ਬੜੇ ਨਿਕਲਦੇ ਨੇ। ਇਹ ਵੀ ਅਰਥ ਵਿਦਵਾਨ ਕਰਦੇ ਨੇ ਕਿ ਉਹ ਦੇਵੈ ਤੋਂ ਭਾਵ
ਉਹ ਦੇਵਤਿਆਂ ਨੂੰ ਵੀ ਦਿੰਦਾ ਹੈ। ਭਾਵ ਕਿ ਉਹ ਹਰ ਇੱਕ ਨੂੰ ਦੇਣ ਵਾਲੇ ਪਰਮਾਤਮਾ ਨੂੰ ਅਸੀਂ ਨਮਸਕਾਰ ਕਰਨੇ ਹਾਂ। ਅਤੇ ਜੇ ਅਸੀਂ ਸਾਹਿਬ ਸਿੰਘ ਜੀ ਦਾ ਟੀਕਾ ਪੜ੍ਹੀਏ ਤਾਂ ਉਹ ਇਹ ਕਹਿੰਦੇ ਨੇ ਕਿ ਦੇਵੇ ਤੋਂ ਭਾਵ ਹੈ ਕਿ ਜੋ ਕਰਮ ਫਲ ਦੇਣ ਵਾਲਾ ਹੈ। ਦੇਖੋ, ਇੱਕ ਪਰਮਾਤਮਾ ਦਾ ਸੁਭਾਅ ਵੀ ਹੈ, ਉਹਨੇ ਦੇਣਾ ਹੀ ਦੇਣਾ ਹੈ। ਔਰ ਜਿਹੜਾ ਮਨੁੱਖ ਹੈ ਉਹਦੀ ਫਿਤਰਤ ਹੈ ਲੈਣਾ। ਅਸੀਂ ਸਾਰੀ ਉਮਰ ਮੰਗਦੇ ਆਏ ਹਾਂ, ਉਹ ਪਰਮਾਤਮਾ ਸਾਰੀ ਉਮਰ ਦਿੰਦਾ ਆਇਆ ਹੈ। ਉਹ ਦੇ ਦੇ ਕੇ ਥੱਕਿਆ ਨਹੀਂ ਹੈ, ਅਸੀਂ ਲੈ ਲੈ ਕੇ ਥੱਕ ਗਏ ਹਾਂ। ਦਿੰਦਾ ਦੇ, ਲੈਂਦੇ ਥੱਕ ਪਾਏ। ਮਹਾਰਾਜ ਕਹਿੰਦੇ ਨੇ ਜੁਗਾ ਜੁਗੰਤਰ ਖਾਹੀ ਖਾਹੇ। ਉਹ ਜੁਗਾਂ ਤੋਂ ਦੇ ਹੀ ਜਾ ਰਿਹਾ ਹੈ, ਦੇ ਹੀ ਜਾ ਰਿਹਾ ਹੈ। ਉਹਦਾ ਸੁਭਾਅ ਹੈ, ਉਹਦੀ ਨੇਚਰ ਹੈ। ਉਹ ਹਰ ਇੱਕ ਸਰੀਰ ਨੂੰ ਉਹ ਵੈਸੇ ਕਰਮਾਂ ਅਨੁਸਾਰ ਦਿੰਦਾ ਹੈ, ਪਰ ਉਹ ਰੋਜ਼ੀ ਰੋਟੀ ਦੇਣ ਵਕਤ ਕਿਸੇ ਨੂੰ ਇਹ ਨਹੀਂ ਵੇਖਦਾ ਕਿ ਇਹ ਮਾੜੇ ਕਰਮ ਕਰ ਰਿਹਾ ਹੈ ਜਾਂ ਚੰਗੇ ਕਰ ਰਿਹਾ ਹੈ। ਜੇ ਅਸੀਂ ਇਹ ਵੇਖੀਏ ਕਿ ਉਹ ਮਾੜੇ ਕਰਮ ਕਰ ਰਿਹਾ ਹੈ ਤਾਂ ਫਿਰ ਅਸੀਂ ਕਿਸੇ ਨੂੰ ਵੀ ਰੋਜੀ ਰੋਟੀ ਨਹੀਂ ਦੇਵਾਂਗੇ। ਇੱਕ ਵਾਰੀ ਮੂਸਾ ਬੈਠਾ ਸੀ ਤੇ ਉਸਨੇ ਪਰਮਾਤਮਾ ਨੂੰ, ਅੱਲਾ ਨੂੰ ਯਾਦ ਕੀਤਾ। ਅੱਲਾ ਪ੍ਰਗਟ ਹੋਇਆ ਤੇ ਅੱਲਾ ਨੇ ਕਿਹਾ, ਮੰਗ ਲੈ ਮੂਸਿਆ, ਕੀ ਚਾਹੁੰਦਾ? ਮੂਸਾ ਕਹਿੰਦਾ, ਅੱਲਾ ਜੇ ਤੂੰ ਮੇਰੇ ਤੇ ਮਿਹਰਬਾਨ ਹੋਇਆ ਨਾ ਤੇ ਇੱਕ ਕੰਮ ਕਰ, ਜਿਹੜੀ ਤੂੰ ਰੋਜੀ ਰੋਟੀ ਸਾਰਿਆਂ ਨੂੰ ਦੇਣਾ ਹੈ ਨਾ, ਇਹ ਇੱਕ ਦਿਨ ਦੀ ਡਿਊਟੀ ਮੇਰੀ ਲਾ ਦੇ। ਅੱਲਾ ਕਹਿੰਦਾ, ਮੂਸਿਆ ਇਹ ਕੰਮ ਤੂੰ ਰਹਿਣ ਦੇ, ਕਿਉਂਕਿ ਉਹ ਰਾਜ਼ਕ ਰਹੀਮ ਹੈ ਕਿ ਕਰਮ ਕਰੀਮ ਹੈ। ਉਹ ਸਭ ਨੂੰ ਰੋਜੀ ਰੋਟੀ ਦੇਣ ਵਾਲਾ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ, ਸਿਰਜਨਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਔਰ ਸਭ ਨੂੰ ਰੋਟੀ ਦੇਣ ਵਾਲਾ ਹੈ, ਰੋਜੀ ਦੇਣ ਵਾਲਾ ਹੈ। ਮੂਸਾ ਕਹਿੰਦਾ, ਨਹੀਂ, ਮੇਰੇ ਤੇ ਕਿਰਪਾ ਕਰੋ, ਇੱਕ ਦਿਨ ਦਾ ਰਿਜ਼ਕ ਇਹ ਸੇਵਾ ਮੇਰੀ ਝੋਲੀ ਵਿੱਚ ਪਾਓ। ਪਰਮਾਤਮਾ ਕਹਿੰਦਾ ਨਹੀਂ, ਪਰ ਉਹ ਜ਼ਿਆਦਾ ਖਹਿਰੇ ਪੈ ਗਿਆ ਤੇ ਮੂਸੇ ਨੂੰ ਫਿਰ ਰੱਬ ਨੇ ਕਿਹਾ, ਤੂੰ ਲੈ ਲੈ, ਪਰ ਇੱਕ ਗੱਲ ਦਾ ਯਾਦ ਰੱਖੀ, ਮੇਰੀ ਇਸ ਸ੍ਰਿਸ਼ਟੀ ਦੇ ਵਿੱਚ ਕੋਈ ਭੁੱਖਾ ਨਾ ਰਵੇ। ਇਹ ਨਾ ਹੋਵੇ ਕਿ ਤੂੰ ਰਿਜ਼ਕ ਦਾ ਮਾਲਕ ਬਣ ਗਿਆ ਇੱਕ ਦਿਨ ਦਾ ਤੇ ਕੋਈ ਮੇਰਾ ਬਣਾਇਆ ਹੋਇਆ ਜੀਵ ਉਹ ਭੁੱਖਾ ਨਾ ਰਹਿ ਜਾਏ ਕਿੱਥੇ। ਮੂਸਾ ਕਹਿੰਦਾ, ਪਰਮਾਤਮਾ ਅੱਲਾ ਤੂੰ ਚਿੰਤਾ ਨਾ ਕਰੋ, ਮੈਂ ਹਰ ਇੱਕ ਨੂੰ ਤੁਹਾਡੇ ਆਸ਼ਰੇ ਅਨੁਸਾਰ ਸਭ ਨੂੰ ਰੋਜੀ ਰੋਟੀ ਦਾਂਗਾ। ਇੱਕ ਦਿਨ ਦੀ ਸੇਵਾ ਸੰਭਾਲੀ ਮੂਸੇ ਨੇ। ਅਗਲਾ ਦਿਨ ਹੋਇਆ, ਪਰਮਾਤਮਾ ਨੇ ਮੂਸੇ ਕੋਲੋਂ ਉਹਦੀ ਸੇਵਾ ਲਈ। ਮੂਸਿਆ ਸਾਰਾ ਸਭ ਨੂੰ ਰੋਜੀ ਰੋਟੀ ਦੇ ਦਿੱਤੀ? ਕਹਿੰਦਾ, ਹਾਂ, ਮੈਂ ਸਾਰਿਆਂ ਨੂੰ ਦੇ ਦਿੱਤੀ ਹੈ। ਅੱਲਾ ਨੇ ਦਿਵ ਦ੍ਰਿਸ਼ਟੀ ਨਾਲ ਦੇਖਿਆ ਤੇ ਕਹਿੰਦੇ, ਨਹੀਂ, ਤੂੰ ਝੂਠ ਬੋਲ ਰਿਹਾ ਹੈ। ਫਿਰ ਸੋਚ ਲੈ ਮੂਸਿਆ, ਮੈਨੂੰ ਲੱਗਦਾ ਹੈ ਕਿ ਤੂੰ ਕਿਸੇ ਨਾਲ ਬੇਜ਼ਾਤੀ ਕੀਤੀ ਹੈ। ਕਹਿਣ ਲੱਗਾ, ਨਹੀਂ, ਮੈਂ ਸਾਰਿਆਂ ਨੂੰ ਰੋਜੀ ਰੋਟੀ ਦਿੱਤੀ ਹੈ। ਫਿਰ ਸੋਚ ਲੈ। ਕਹਿੰਦਾ, ਹਾਂ, ਇੱਕ ਸਰੀਰ ਐਸਾ ਸੀ, ਜੇ ਅੱਲਾ ਤੁਸੀਂ ਉਹਦੇ ਕਰਮ ਵੇਖੇ ਹੋਣ ਨਾ ਤੇ ਤੁਸੀਂ ਵੀ ਨਾ ਉਹਨੂੰ ਰੋਜੀ ਰੋਟੀ ਦਿੰਦੇ। ਅੱਲਾ ਕਹਿੰਦਾ, ਮੇਰੀ ਉਹ ਫਿਤਰਤ ਨਹੀਂ ਹੈ। ਉਹ ਵੀ ਬੰਦੇ ਨਾਸਤਕ ਨੇ ਜਿਹੜੇ ਪਰਮਾਤਮਾ ਨੂੰ, ਰੱਬ ਨੂੰ, ਅੱਲਾ ਨੂੰ ਸਾਰਾ ਦਿਨ ਕੋਸਦੇ ਨੇ, ਉਹਨੂੰ ਬੁਰਾ ਭਲਾ ਕਹਿੰਦੇ ਨੇ, ਪਰ ਭੁੱਖਾ ਰੱਬ ਉਹਨਾਂ ਨੂੰ ਵੀ ਨਹੀਂ ਸਵਾਉਂਦਾ। ਅੱਲਾ ਨੇ ਫੇਰ ਕਿਹਾ, ਕਹਿਣ ਲੱਗਾ, ਹਾਂ, ਇੱਕ ਸਰੀਰ ਐਸਾ ਸੀ ਜਿਹਨੂੰ ਮੈਂ ਰੋਟੀ ਨਹੀਂ ਦਿੱਤੀ। ਕਹਿੰਦੇ, ਕਿਉਂ? ਕਹਿੰਦੇ, ਅੱਲਾ ਉਹਦਾ ਕੁਕਰਮ ਹੀ ਐਸਾ ਸੀ ਕਿ ਜੇ ਤੁਸੀਂ ਸੁਣੋਗੇ ਤੇ ਤੁਸੀਂ ਵੀ ਨਹੀਂ ਦੋਗੇ। ਕਹਿੰਦਾ, ਕੀ ਕੁਕਰਮ ਸੀ? ਕਹਿੰਦਾ, ਉਹ ਸਰੀਰ ਐਸਾ ਸੀ ਜਿਹੜਾ ਕਬਰਾਂ ਵਿੱਚ ਜਾ ਕੇ ਤੇ ਕਬਰਿਸਤਾਨ ਦੇ ਵਿੱਚ ਜਿਹੜੇ ਮੁਰਦੇ ਪਏ ਸਨ ਉਹਨਾਂ ਨਾਲ ਕੁਕਰਮ ਕਰਦਾ ਸੀ। ਅੱਲਾ ਕਹਿੰਦਾ, ਤੇਰਾ ਔਰ ਮੇਰੇ ਵਿੱਚ ਸਰੀਰ, ਇੱਕ ਮਨੁੱਖ ਔਰ ਮੇਰੇ ਵਿੱਚ ਇਹੀ ਫਰਕ ਹੈ
ਕਿ ਮੈਂ ਬੰਦਿਆਂ ਦੇ ਮਾੜੇ ਤੇ ਚੰਗੇ ਕਰਮ ਨੂੰ ਨਾ ਵੇਖਦੇ ਹੋਏ ਮੈਂ ਰੋਜੀ ਰੋਟੀ ਸਾਰਿਆਂ ਨੂੰ ਦੇਣਾ ਵਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅੱਲਾ ਦਾ ਕਰਮ ਹੈ, ਇਹ ਵਾਹਿਗੁਰੂ ਦੀ। ਜੇ ਸਾਡੇ ਉਹ ਕਰਮਾਂ ਨੂੰ ਵੇਖੇ ਨਾ, ਰੋਜ਼ ਪੜ੍ਹਨੇ ਆ ਲੇਖੇ ਕੱਤੇ ਨਾ ਛੂਟੀ ਹੈ। ਜੇ ਸਾਡੇ ਮਾੜੇ ਕਰਮ, ਮਾੜੀਆਂ ਸਾਡੀਆਂ ਚੀਜ਼ਾਂ ਨੂੰ ਵੇਖੇ ਤੇ ਉਹ ਸਾਨੂੰ ਕੁਛ ਵੀ ਨਾ ਦੇਵੇ। ਤੋ ਗੁਰੂ ਸਾਹਿਬ ਇੱਥੇ ਇਸੇ ਤਰ੍ਹਾਂ ਦਾ ਹੀ ਵਿਚਾਰ ਪ੍ਰਗਟ ਕਰ ਰਹੇ ਨੇ। ਨਮਸ ਤਸਤ ਦੇਵੈ, ਉਹ ਇੱਕ ਹਰ ਇੱਕ ਨੂੰ ਦੇਣ ਵਾਲਾ ਹੈ। ਪਰਮਾਤਮਾ ਸਿਰਫ ਦਿੰਦਾ ਹੀ ਹੈ। ਪਰਮਾਤਮਾ ਕਿਸੇ ਤੇ ਆਸ ਨਹੀਂ ਰੱਖਦਾ ਕਿ ਮੈਂ ਇਹਨੂੰ ਇੰਨਾ ਕੁਛ ਦਿੱਤਾ ਹੈ ਤੇ ਦੇਣ ਤੋਂ ਬਾਅਦ ਇਹ ਮਨੁੱਖ ਮੈਨੂੰ ਦੇਗਾ। ਇਹ ਤੇ ਗੁਰੂ ਨਾਨਕ ਪਾਤਸ਼ਾਹ ਨੇ, ਦੇਖੋ ਹੁਣ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਹੈ, ਮੈਂ ਇਸ ਨੂੰ ਥੋੜ੍ਹਾ ਲਾ ਕੇ ਫਿਰ ਅੱਗੇ ਚੱਲਨੇ ਆ। ਗੁਰੂ ਨਾਨਕ ਪਾਤਸ਼ਾਹ ਸੀ ਇੱਕ, ਗੁਰੂ ਨਾਨਕ ਪਾਤਸ਼ਾਹ ਨੇ ਜਿਹਨੇ ਰੱਬ ਨਾਲ ਗੱਲ ਹੋਈ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਰੱਬਾ ਤੂੰ ਸਾਰਿਆਂ ਨੂੰ ਦੇਣਾ ਹੈ, ਆਖਿਰ ਤੇਰੀ ਵੀ ਤੇ ਕੋਈ ਖੁਆਇਸ਼ ਹੋਏਗੀ, ਤੂੰ ਵੀ ਤਾਂ ਜੀਵਾਂ ਤੇ ਕੁਝ ਆਸ ਰੱਖਦਾ ਹੋਣਾ ਨਾ, ਤੇ ਮੈਂ ਚਾਹੁੰਦਾ ਮੈਂ ਤੈਨੂੰ ਦੇਵਾਂ। ਇਹ ਗੁਰੂ ਨਾਨਕ ਪਾਤਸ਼ਾਹ ਦਾ ਪਿਆਰ ਸੀ ਪਰਮਾਤਮਾ ਦੇ ਪ੍ਰਤੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਆਪ ਅੰਤਰਜਾਮੀ ਸਤਿਗੁਰੂ ਪਰਮਾਤਮਾ ਸਨ। ਤੇ ਮਹਾਰਾਜ ਨੇ ਬਾਣੀ ਵਿੱਚ ਵੀ ਵਿਚਾਰਿਆ, ਤੁਸੀਂ ਪੜ੍ਹ ਕੇ ਵੀ ਆਇਓ, ਸਾਚਾ ਸਾਹਿ ਸਾਚ ਨਾਏ ਭਾਖਿਆ ਭਾਉ ਅਪਾਰ, ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ। ਮਹਾਰਾਜ ਕਹਿੰਦੇ ਨੇ ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ। ਮੈਂ ਪਰਮਾਤਮਾ ਤੇਰੇ ਅੱਗੇ ਕੀ ਰੱਖਾਂ ਜਿਹਦੇ ਕਰਕੇ ਤੇਰਾ ਦਰਬਾਰ ਦਿਸ ਪਏ। ਤੂੰ ਵੀ ਤੇ ਆਸ ਰੱਖਣਾ ਨਾ, ਤੂੰ ਰੋਜੀ ਰੋਟੀ ਦੇ ਰਿਹਾ, ਸਾਡੀ ਪਾਲਣਾ ਕਰ ਰਿਹਾ, ਸਾਡੇ ਹਰ ਮੋੜ ਦੇ ਉੱਤੇ ਸਾਡੀ ਇੱਜ਼ਤ ਰੱਖੀ ਹੋਈ ਏ, ਪਰ ਤੈਨੂੰ ਵੀ ਤੇ ਕੋਈ ਆਸ ਰੱਖਣਾ ਨਾ ਸਾਡੇ ਤੇ। ਫੇਰ ਕੇ ਅੱਗੇ ਰੱਖੀਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਹੇ ਪਰਮਾਤਮਾ ਮੈਂ ਤੇਰੇ ਅੱਗੇ ਕੀ ਰੱਖਾਂ, ਜਿਤ ਸੁਣ ਧਰੇ ਪਿਆਰ, ਜਿਹਦੇ ਨਾਲ ਮੇਰਾ ਤੇਰੇ ਨਾਲ ਪਿਆਰ ਬਣ ਜਾਏ। ਦੇਖੋ ਪਿਆਰ ਤਾਂ ਹੀ ਬਣੇਗਾ ਜੇ ਮੈਂ ਉਹਦੇ ਕਹੇ ਅਨੁਸਾਰ ਚੱਲਾਂਗਾ। ਤੇ ਅੱਗੋਂ ਫਿਰ ਪਰਮਾਤਮਾ ਨੇ ਕਿਹਾ, ਗੁਰੂ ਨਾਨਕ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਤੂੰ ਅੰਮ੍ਰਿਤ ਵੇਲਾ ਮੈਨੂੰ ਦੇ ਦੇ, ਤੈਨੂੰ ਦੁਨੀਆ ਦੀਆਂ ਨਿਆਮਤਾਂ ਮੈਂ ਤੇਰੀ ਝੋਲੀ ਵਿੱਚ ਪਾ ਦਾਂਗਾ। ਦੇਖੋ ਕਿੰਨੀ ਵੱਡੀ ਗੱਲ ਹੈ। ਗੁਰੂ ਪਾਤਸ਼ਾਹ ਨੂੰ ਕਹਿੰਦੇ ਨੇ ਪਰਮਾਤਮਾ ਇਹ ਅੰਮ੍ਰਿਤ ਵੇਲਾ ਜਿਹੜਾ ਮੈਨੂੰ ਦੇ ਦਿੰਦਾ ਹੈ, ਮੈਂ ਉਹਦੇ ਨਾਲ ਪਿਆਰ ਕਰਨਾ ਵਾ। ਕਿਸੇ ਟਾਈਮ ਗੁਰੂ ਨਾਨਕ ਪਾਤਸ਼ਾਹ ਜਾ ਰਹੇ ਸਨ ਨਾ, ਇਹ ਕਹਿ ਕੇ ਮੈਂ ਚੱਲਾਂ ਅੱਗੇ, ਇੱਕ ਕੱਛ ਵਿੱਚ ਕਿਤਾਬ ਸੀ ਮਹਾਰਾਜ ਦੇ, ਡਾਇਰੀ ਕਹਿੰਦੇ ਨੇ। ਇੱਕ ਬੱਚਾ ਰੋਜ਼ ਉੱਠਦਾ ਸੀ ਸਵੇਰੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਨੂੰ ਮਿਲਿਆ ਜਦ, ਤੇ ਨਮਸਕਾਰ ਕੀਤੀ ਤੇ ਪੁੱਛ ਲਿਆ ਉਸ ਬੱਚੇ ਨੇ, ਗੁਰੂ ਨਾਨਕ ਤੁਹਾਡੇ ਕੱਛ ਵਿੱਚ ਡਾਇਰੀ ਕਾਹਦੀ ਹੈ? ਤੇ ਗੁਰੂ ਨਾਨਕ ਪਾਤਸ਼ਾਹ ਨੇ ਕਹਿਤਾ, ਇਹ ਉਹ ਡਾਇਰੀ ਹੈ ਜਿਹੜੇ ਮੈਨੂੰ ਪਿਆਰ ਕਰਦੇ ਨੇ। ਤੇ ਮਹਾਰਾਜ ਨੂੰ ਕਹਿੰਦਾ, ਮਹਾਰਾਜ ਡਾਇਰੀ ਦਿਖਾਓਗੇ? ਮਹਾਰਾਜ ਨੇ ਕਿਹਾ ਦੇਖ ਲੈ। ਉਸ ਬੱਚੇ ਨੇ ਸਾਰੀ ਡਾਇਰੀ ਫਲੋਰ ਮਾਰੀ, ਉਹਦਾ ਨਾਮ ਹੀ ਨਹੀਂ ਸੀ, ਤੇ ਮਾਯੂਸ ਹੋ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਬੱਚਿਆ ਕੀ ਹੋਇਆ? ਕਹਿਣ ਲੱਗਾ, ਮੇਰਾ ਤਾਂ ਨਾਮ ਹੀ ਨਹੀਂ ਹੈ, ਮੈਂ ਤੁਹਾਨੂੰ ਪਿਆਰ ਨਹੀਂ ਕਰਦਾ। ਇਹ ਦੂਜੀ ਡਾਇਰੀ ਜਿਹੜੇ ਦੂਜੀ ਕੱਛ ਵਿੱਚ ਉਹ ਕੀ ਹੈ? ਕਹਿੰਦੇ ਨੇ ਉਹ ਡਾਇਰੀ ਹੋਵੇ ਜਿਨ੍ਹਾਂ ਨੂੰ ਮੈਂ ਪਿਆਰ ਕਰਨਾ। ਤੇ ਮਹਾਰਾਜ ਦਿਖਾਓਗੇ ਡਾਇਰੀ? ਮਹਾਰਾਜ ਨੇ ਦਿਖਾਈ। ਤੇ ਜਦ ਉਸ ਬੱਚੇ ਦੀ ਡਾਇਰੀ ਹੱਥ 'ਚ ਲਈ, ਖੋਲੀ, ਤੇ ਸਭ ਤੋਂ ਉੱਤੇ ਨਾਮ ਉਹਦਾ ਸੀ, ਕਿਉਂਕਿ ਉਹ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜਦਾ ਸੀ। ਤਾਂ ਗੁਰੂ ਸਾਹਿਬ ਕਹਿੰਦੇ ਨੇ ਪਰਮਾਤਮਾ ਦੀ ਫਿਤਰਤ ਦੇਣ ਦੀ ਹੈ, ਇਹ ਸਿੱਖਾ ਜੇ ਉਹਦੀ ਦੇਣ ਦੀ ਹੈ ਤੇ ਤੂੰ ਕੀ ਦੇਣਾ ਹੈ? ਤੂੰ ਉਹਨੂੰ ਜਿਹੜਾ ਤੁਸੀਂ ਅੰਮ੍ਰਿਤ ਵੇਲਾ ਦਿੰਦੇ ਹੋ ਨਾ, ਇਹ ਪਰਮਾਤਮਾ ਦੀ ਸਭ ਤੋਂ ਵੱਡੀ ਖੁਸ਼ੀ ਤੁਸੀਂ ਝੋਲੀ ਵਿੱਚ ਪਵਾ ਰਹੇ ਹੋ। ਤਾਂ ਮਹਾਰਾਜ ਕਹਿੰਦੇ ਨੇ ਨਮਸਤਸਤ ਦੇਵੈ, ਉਹ ਪਰਮਾਤਮਾ ਸਭ ਨੂੰ ਦਿੰਦਾ ਪਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਹੇ ਪਰਮਾਤਮਾ ਮੈਂ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਦਾ ਵਾਂ। ਨਮਸਤੰ ਆਪੇਵੈ, ਅਭੇਵੇ ਨਹੀਂ ਪੜਨਾ, ਅਭੇਵੈ। ਅਭੇਵੇ ਹੁੰਦਾ, ਭੇ ਹੁੰਦਾ ਭੇਦ, ਐੜਾ ਲੱਗ ਗਿਆ, ਉਹਦਾ ਕੋਈ ਭੇਦ ਨਹੀਂ ਪਾ ਸਕਦਾ, ਉਹ ਭੇਦ ਤੋਂ ਰਹਿਤ ਹੈ। ਇਸ ਕਰਕੇ ਹੇ ਪਰਮਾਤਮਾ ਮੈਂ ਤੈਨੂੰ ਨਮਸਕਾਰ ਕਰਦਾ ਹਾਂ।
ਨਮਸਤੰ ਅਜਨਮੇ। ਤੂੰ ਕਿਸੇ ਤੋਂ ਮਾਇਆ ਦੇ ਮਾਤਾ ਦੀ ਕੁੱਖ ਦੇ ਵਿੱਚੋਂ ਪੈਦਾ ਨਹੀਂ ਹੋਇਆ। ਅਸੀਂ ਸਾਰੇ ਜਿਤਨੇ ਹਾਂ ਸੰਸਾਰ ਦੀ ਸ੍ਰਿਸ਼ਟੀ, ਇਹ ਸਭ ਅੰਡਜ, ਜੇਰਸ, ਸੇਤਜ ਤੇ ਉਤਪਜ, ਇੱਥੋਂ ਸਾਡੀ ਪੈਦਾਇਸ਼ ਹੋਈ ਹੈ। ਕੋਈ ਅੰਡਿਆਂ ਤੋਂ ਹੈ, ਕੋਈ ਪਸੀਨੇ ਤੋਂ ਹੈ, ਕੋਈ ਮਾਤਾ ਦੇ ਗਰਭ ਵਿੱਚੋਂ ਹੋਇਆ ਹੈ, ਕੋਈ ਜਿਸ ਤਰ੍ਹਾਂ ਇਹ ਜਿਤਨੀ ਖਣਿਜ ਵਨਸਪਤੀ ਦੇਖ ਰਹੇ ਹੋ ਸਾਰੀ ਉਤਪਜ ਹੈ। ਪਰ ਹੇ ਪਰਮਾਤਮਾ, ਤੁਸੀਂ ਜਨਮਾਂ ਵਿੱਚ ਨਹੀਂ ਹੋ, ਕਿਉਂਕਿ ਤੁਹਾਡਾ ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤ ਹੈ, ਨਾ ਪਾਤ ਹੈ। ਜਿਤਨੀ ਸ੍ਰਿਸ਼ਟੀ ਦੇਖ ਰਹੇ ਹੋ, ਭਾਵੇਂ ਉਹਦੇ ਵਿੱਚ ਬ੍ਰਹਮਾ ਨੇ, ਵਿਸ਼ਨੂੰ ਹੈ, ਮਹੇਸ਼ ਹੈ, ਇਹ ਸਾਰੇ ਹੀ ਜਨਮ ਮਾਤਾ ਦੇ ਗਰਭ ਵਿੱਚੋਂ ਆਏ ਨੇ। ਤੇ ਜਿਹੜਾ ਗਰਭ ਵਿੱਚੋਂ ਆਇਆ ਉਹਦੀ ਮੌਤ ਵੀ ਸੰਭਾਵਕ ਹੈ, ਕਿਉਂਕਿ ਜੋ ਆਇਆ ਸੋ ਚਲਸੀ, ਜੋ ਉਪਜਿਓ ਸੋ ਬਿਨਸ ਹੈ। ਤੋ ਪਰਮਾਤਮਾ ਹੈ ਜਿਹੜਾ ਜਨਮਿਆ ਹੀ ਨਹੀਂ ਹੈ। ਜਿਹੜਾ ਜਨਮਿਆ ਹੀ ਨਹੀਂ ਤੇ ਉਹਦੀ ਮੌਤ ਕਿੱਥੋਂ ਹੋਣੀ ਹੈ? ਨਾ ਉਹ ਮਰੇ ਨਾ ਹੋਵੇ ਸੋਗ। ਅਸੀਂ ਮਰਨੇ ਆ, ਸਾਡੇ ਪਿੱਛੋਂ ਕਈ ਜਿਹੜੇ ਪਿਆਰ ਕਰਦੇ ਨੇ ਉਹ ਸੋਗ ਕਰਦੇ ਨੇ ਨਾ। ਜਾਨਵਰਾਂ ਵਿੱਚ ਕੋਈ ਮਰੇ ਤੇ ਉਹ ਵੀ ਅੱਖਾਂ ਵਿੱਚ ਉਹਨਾਂ ਦੀ ਫੀਲਿੰਗ ਪਤਾ ਲੱਗਦੀ ਹੈ ਕਿ ਉਹਦਾ ਬੱਚਾ ਗਿਆ ਹੈ। ਪਰ ਹੇ ਪਰਮਾਤਮਾ, ਨਾ ਉਹ ਮਰੇ ਨਾ ਹੋਵੇ ਸੋਗ। ਤੁਸੀਂ ਮਰਨਾ ਹੀ ਨਹੀਂ ਹੈ, ਕਿਉਂਕਿ ਤੁਸੀਂ ਜਨਮ ਮਰਨ ਤੋਂ ਰਹਿ ਤੇ ਸੋਗ ਕਾਹਦਾ। ਸਾਡੇ ਬਰਸੀਆਂ ਵੀ ਮਨਾਈਆਂ ਜਾਂਦੀਆਂ ਨੇ, ਪਰ ਪਰਮਾਤਮਾ ਤੁਹਾਡਾ ਤੇ ਮੁੱਢ ਹੀ ਨਹੀਂ ਪਤਾ ਤੁਸੀਂ ਕਦੋਂ ਤੋਂ ਹੋ, ਤੇ ਤੁਹਾਡਾ ਇਹ ਵੀ ਨਹੀਂ ਪਤਾ ਕਿਉਂਕਿ ਤੁਸੀਂ ਜਾਣਾ ਵੀ ਨਹੀਂ। ਕਿਉਂਕਿ ਪਰਮਾਤਮਾ ਜੋਤੀ ਜੋਤ ਨੇ, ਉਹ ਜਾਗਤੀ ਜੋਤ ਨੇ, ਤੇ ਜੋਤ ਕਦੀ ਮਰਦੀ ਨਹੀਂ ਹੈ, ਨਾ ਜਨਮਾਂ ਵਿੱਚ ਆਉਂਦੀ ਹੈ। ਅਸੀਂ ਸਾਰੇ ਜਨਮ ਮਰਨ ਦੇ ਗੇੜ ਵਿੱਚ ਹਾਂ। ਤੇ ਗੁਰੂ ਸਾਹਿਬ ਕਹਿੰਦੇ ਨੇ, ਹੇ ਪਰਮਾਤਮਾ, ਤੂੰ ਅਜਨਮੰ ਹੈ, ਅਜਨਮੇ ਹੈ, ਜਨਮ ਤੋਂ ਰਹਿਤ ਹੈ। ਇਸ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮਸਤੰ ਸੁਬਨਮੇ। ਹੇ ਪਰਮਾਤਮਾ, ਸੁਬਨਮੇ ਭਾਵ ਬਣਾ ਦੇ ਵਿੱਚ, ਸੁਬਨਮੇ ਤੂੰ ਬਣਾ ਦੇ ਵਿੱਚ ਵੀ ਹੈ, ਜੰਗਲਾਂ ਦੇ ਵਿੱਚ ਵੀ ਹੈ, ਤੂੰ ਆਕਾਸ਼ ਵਿੱਚ ਵੀ ਹੈ, ਤੂੰ ਪਤਾਲ ਵਿੱਚ ਵੀ ਹੈ, ਤੂੰ ਮਾਤਰ ਲੋਕ ਵਿੱਚ ਵੀ ਹੈ। ਹੇ ਪਰਮਾਤਮਾ, ਤੂੰ ਕਣੇ ਕਣੇ ਦੇ ਵਿੱਚ ਹੈ। ਕੋਈ ਜਗ੍ਹਾ ਐਸੀ ਨਹੀਂ। ਅਸੀਂ ਕਈ ਵਾਰੀ ਜੰਗਲਾਂ ਵਿੱਚ ਚਲੇ ਜਾਈਏ ਨਾ, ਇਕਾਂਤ, ਅਸੀਂ ਕਹਿੰਦੇ ਇੱਥੇ ਤਾਂ ਕੋਈ ਵੀ ਨਹੀਂ ਹੈ। ਇਹ ਨਾ ਸੋਚਿਆ ਕਰੋ, ਰੱਬ ਤੇ ਹਰ ਜਗ੍ਹਾ ਹੈ। ਜਿੰਨੇ ਬਣ ਬਣਾਏ ਨੇ, ਜਿੰਨੇ ਜੰਗਲ ਬਣਾਏ ਨੇ, ਉਹ ਉੱਥੇ ਵੀ ਹੈ। ਅਸੀਂ ਕਈ ਵਾਰੀ ਸਮਝਦੇ ਹਾਂ ਕਿ ਕਮਰੇ 'ਚ ਬੈਠੇ ਹਾਂ, ਕੋਈ ਨਹੀਂ ਹੈ, ਚਲੋ ਮੰਨ ਲਿਆ ਕੋਈ ਨਹੀਂ ਹੈ, ਪਰ ਰੱਬ ਤੇ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ, ਮੈਂ ਹੇ ਪਰਮਾਤਮਾ, ਤੂੰ ਬਣਾ ਦੇ ਵਿੱਚ ਵੀ ਵਾਸ ਕਰਦਾ ਹੈ। ਇਸ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮੋ ਸਰਬ ਗੌਣੇ। ਗੌਣੇ ਹੁੰਦੀ ਹੈ ਪਹੁੰਚ। ਹੇ ਪਰਮਾਤਮਾ, ਤੂੰ ਸਾਰਿਆਂ ਤੱਕ ਪਹੁੰਚ ਹੈ ਤੇਰੀ। ਤੂੰ ਹਰ ਇੱਕ ਜੀਵ ਦੇ ਨਾਲ ਕਨੈਕਟਿਡ ਹੈ, ਤੇਰੀ ਕਨੈਕਟੀਵਿਟੀ ਬਣੀ ਹੋਈ ਹੈ। ਹੁਣ ਮੇਰੀ ਮਾਤਾ ਨੇ ਮੈਨੂੰ ਜੰਮਿਆ, ਤੁਹਾਡੀ ਮਾਤਾ ਨੇ ਤੁਹਾਨੂੰ ਜੰਮਿਆ, ਉਹਦੀ ਕਨੈਕਟੀਵਿਟੀ ਤੁਹਾਡੇ ਨਾਲ ਨਹੀਂ ਹੈ। ਮੈਨੂੰ ਖਿਮਾ ਕਰ ਦੇਣਾ। ਹੁਣ ਕਈਆਂ ਦੀ ਮਾਤਾ ਕਿੱਥੇ ਵੇ, ਕਈਆਂ ਦੇ ਪਿਤਾ ਕਿੱਥੇ ਨੇ, ਕੋਈ ਫੋਰਨ ਚਲਾ ਗਿਆ, ਉਹਨਾਂ ਦੀ ਕਨੈਕਟੀਵਿਟੀ ਟੁੱਟ ਜਾਂਦੀ ਹੈ, ਉਹਨਾਂ ਦੀ ਪਹੁੰਚ ਨਹੀਂ ਹੁੰਦੀ। ਪਰ ਹੇ ਪਰਮਾਤਮਾ, ਤੂੰ ਸਾਰਿਆਂ ਜੀਵਾਂ ਦੇ ਵਿੱਚ ਪਹੁੰਚ ਹੈ ਤੇਰੀ। ਤੂੰ ਜਿਹਦੇ ਨਾਲ ਚਾਵੇਂ, ਕਿਉਂਕਿ ਤੂੰ ਸਭ ਦੇ ਅੰਦਰ ਵਿੱਚ ਹੈ। ਘਟ ਘਟ ਮੇਂ ਹਰ ਜੂ ਬਸ ਹੈ। ਅਸੀਂ ਜਿੱਥੇ ਹਾਂ ਉੱਥੋਂ ਤੱਕ ਪਹੁੰਚੇ। ਤੁਸੀਂ ਕਿੱਥੇ ਬੈਠੇ ਹੋ, ਮੈਂ ਤੁਹਾਡੇ ਤੱਕ ਪਹੁੰਚ ਨਹੀਂ ਹੈ। ਠੀਕ ਹੈ, ਅਸੀਂ ਇੱਕ ਇਹ ਮੀਡੀਆ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਅਸੀਂ ਜਾ ਕੇ ਆਪਸ ਵਿੱਚ ਮਿਲ ਰਹੇ ਹਾਂ, ਪਰ ਪਹੁੰਚ ਨਹੀਂ ਹੈ ਸਾਡੀ। ਅਸੀਂ ਫਿਜ਼ੀਕਲੀ ਨਹੀਂ ਆਪਸ ਵਿੱਚ, ਪਰ ਪਰਮਾਤਮਾ ਸਾਰਿਆਂ ਤੱਕ ਪਹੁੰਚ ਸਕਦਾ ਹੈ, ਪਹੁੰਚਦਾ ਹੈ, ਹੈਗਾ ਵੀ ਹੈ, ਉਹ ਪ੍ਰੈਜੈਂਟ ਹੈ। ਇਸ ਕਰਕੇ ਮੈਂ ਹੇ ਪਰਮਾਤਮਾ, ਮੈਂ ਤੁਹਾਨੂੰ ਨਮਸਕਾਰ ਕਰਦਾ ਵਾਂ। ਨਮੋ ਸਰਬ ਭਾਉਣੇ। ਤੂੰ ਤਿੰਨਾਂ ਭਵਨਾਂ ਵਿੱਚ ਹੈ। ਇਹ ਨਹੀਂ ਹੈ ਕਿ ਪਤਾਲ ਵਿੱਚ ਕੋਈ ਨਹੀਂ ਰਹਿੰਦਾ, ਆਕਾਸ਼ ਵਿੱਚ ਕੋਈ ਨਹੀਂ। ਜੇ ਆਕਾਸ਼ ਦੇ ਵਿੱਚ ਉੱਤੇ ਚੰਦਰਮਾ ਸਭ, ਉਹਨਾਂ ਨੂੰ ਕੌਣ ਚਲਾ ਰਿਹਾ ਹੈ? ਉਹ ਪਰਮਾਤਮਾ ਹੀ ਹੈ। ਉਹ ਤਿੰਨਾਂ ਭਵਨਾਂ ਵਿੱਚ ਹੈ। ਉਹ ਕੋਈ ਐਸੀ ਜਗ੍ਹਾ ਨਹੀਂ, ਕਿਉਂਕਿ ਪਰਮਾਤਮਾ ਨੇ ਹਰ ਇੱਕ ਚੀਜ਼ ਆਪ ਬਣਾਈ ਹੈ, ਅਤੇ ਬਣਾਉਣ ਤੋਂ ਬਾਅਦ ਵੱਖਰਾ ਨਹੀਂ ਹੋਇਆ। ਉਹਨੂੰ ਤਾਂ ਹੀ ਕਰਤਾ ਪੁਰਖ ਕਹਿੰਦੇ ਨੇ। ਪੁਰਖ ਹੁੰਦਾ ਵਿੱਚ ਸਮਾਇਆ ਹੋਇਆ। ਉਹ ਕ੍ਰੀਏਟਰ ਚੀਜ਼ ਨੂੰ ਬਣਾ ਕੇ ਹਟ ਕੇ ਨਹੀਂ ਹੋਇਆ।
ਉਹ ਜੀਵਾਂ ਨੂੰ ਬਣਾ ਕੇ ਜੀਵਾਂ ਦੇ ਵਿੱਚ ਹੀ ਉਸਨੇ ਨਿਵਾਸ ਕਰ ਲਿਆ ਹੈ। ਮਤ ਸੋਚੋ ਕਿ ਮੇਰੇ ਅੰਦਰ ਪਰਮਾਤਮਾ ਨਹੀਂ ਹੈ ਜਾਂ ਤੁਹਾਡੇ ਅੰਦਰ ਨਹੀਂ ਹੈ। ਭਾਈ ਉਹ ਤਾਂ ਇੱਕ ਕੀੜੀ ਦੇ ਅੰਦਰ ਵੀ ਪਰਮਾਤਮਾ ਹੈ, ਉਹ ਹਾਥੀ ਅੰਦਰ ਵੀ ਹੈ, ਉਹ ਹਰ ਇੱਕ ਜੀਵ ਦੇ ਅੰਦਰ ਹੈ। ਉਹ ਤੇ ਪਾਤੀ ਤੋਰੇ ਪਾਲਣੀ, ਪਾਤੀ ਤੋਰੇ ਮਾਲਣੀ, ਪਾਤੀ ਪਾਤੀ ਜੀਓ। ਉਹ ਤੇ ਹਰ ਇੱਕ ਮੈਂ ਕਹਾਂ ਜਰੇ ਜ਼ਰੇ ਵਿੱਚ ਹੈ, ਹਰ ਇੱਕ ਪੱਤੇ ਪੱਤੇ ਵਿੱਚ ਹੈ। ਤੋ ਇਸ ਕਰਕੇ ਤਿੰਨਾਂ ਭਾਵਨਾ ਦੇ ਵਿੱਚ ਉਹਦੀ ਖੇਡ ਵਰਤ ਰਹੀ ਹੈ। हे परमात्मा, मैं तैनू नमस्कार करदा वां। नमो सर्व रंगे, तू हर एक रंग विच है। इनू प्यार भी कह सकते हो ते कलर भी कह सकते हो। लाल पीला जितने रंग तुसी देख रहे हो ना, जिन्ने शोभनीक रंग ने, सारे रंग परमात्मा दे ने। पर कमाल दी गल है, परमात्मा दा अपना रंग ही नहीं है। पर इस करके हे परमात्मा, मैं तैनू नमस्कार करदा वां। नमो सर्व भंगे, भंग करना नाश करना। कहते ना उन्होंने विधान सभा भंग कर दी, भाव कि खत्म कर दी, नाश करती। तो इस तरह परमात्मा जद मौज चाहता है, जीवां दा नाश भी कर दिंदा है। वो साडे कोलों नहीं पुछदा कि बई मैं तुहानूं लैके जाना है तो नाश करना है। जिहदी मौत आ जाए ना, जिनकी चीरी पाटी तिन्नी चलन जाए। कहते जिन्हां दी धुरों परमात्मा वालों चिट्ठी आ जाती है ना, वारंट आ जाते हैं, जिनकी चीरी दरगाह पाटी, जिन्हां दी दरगाह तो चिट्ठी लिख के आ जाती है ना, उन्हां दी मौत आनी आनी, फिर कोई नहीं बचा सकता। जे मेरी चिट्ठी पट गई तो उन्होंने कोई बचा नहीं सकता, क्योंकि दरगाह तो चिट्ठी है, जिन्होंने वारंट कहते हैं। कहते हैं किसी के वारंट निकले ने, बई उन्होंने फड़ के लै जाओ। तो जे साडे परमात्मा वालों वारंट निकल गए ना जिस दिन, तो ना मैं बचा सकता ना कोई बचा सकता है, क्योंकि परमात्मा दा अटल हुक्म है। तो गुरु महाराज कहते ने वो जिस टाइम चाहे जियां नूं नाश कर सकता है। रोज पढ़ते हो, हरण परन जाका नेत्र फोर, तिसका मंत्र न जाने होर। वो अख दे चमकन जिन्ना समय नूं सृष्टि नूं साज सकता है, सृष्टि नूं नाश कर सकता है, क्योंकि उहदे विच समर्था है। उन्हें समा नहीं लाना। असी घर बनाने नूं कितना समा लाने आ ना। एक 100 गज का 200 गज का मकान बनाना होवे, असी सारा परिवार मुंदा पिया हुंदा है, भंबर पूसे पे होंदे ने। फिर जदों साल बाद मकान बनता है, वो तोबा करता है, कहता भाई मकान बनाना बड़ा औखा है। पर परमात्मा ने इतनी वड्डी सृष्टि साजी, वो बेपरवाह है, उन्होंने कोई मशक्कत नहीं करनी पई। कीता पसाओ एको कुआओ, तिसते होए लख दरियाओ। वो जदों चाहे खिन में थाप थापन हारा, अंत नहीं किछ पारावार। वो खिन च थाप सकता है, खिन विच उन्होंने नष्ट कर सकता है। उसकी बनाई चीज़ है, मौज आ गई उन्हें समेट भी देनी है। रोज पढ़ते हो, जाबुद करख करा करतारा, प्रजा धरता दे अपारा। अगों मारे कहते जब आ कर करत हो कबू, जदों उन्हें समेटना है, तुम मैं मिलत दे तर सबू। वो अपने विच मिला लैंदा है। तो गुरु पातशाह कहते ने वो भंगे है, वो नाश करन दी समर्था रखता है। इस नूं महाराज कहते ने, हे परमात्मा तेरा ये गुण वेख के मैं तैनूं नमस्कार करदा वां। देखो ये गुरु गोबिंद सिंह महाराज का तरस है साडे ते। किहड़े एंगल तो परमात्मा दियां बख्शिशां 1150 तो उत्ते महाराज ने ये परमात्मा दियां सिफतां वेख के, एक एक गुण वेख के उन्होंने नमस्कार कर रहे हैं। हुण कहंदे हे परमात्मा तू ये चीज़ां पता क्यों दस रहे हैं सानू बार बार, क्यों रिपीट भी कर रहे हैं? ये जाप रिपीट हो रही ने कई चीज़ां, इस करके कर रहे हैं कि साडा ये अकीदा बन जाए कि परमात्मा जड़ा उही समर्थ है, किसी के हथ पल्ले कुछ नहीं जे। जितने भी कोई तुहानू मिलणगे कि मैं तुहानू ये कर दांगा, ये तुहानू मैं परमात्मा के दर्शन करा दांगा, तुहाडे उत्ते यह करा दांगा, कोई कुछ नहीं कर सकता। सब कुछ तुमरे हाथ प्रभ आप करे कराए। इहदा मकसद यही है। इतने गुण गुरु महाराज दसन का की भाव है? यही भाव है कि साडा अकीदा किसी गुरु तो परमात्मा तो इलावा किसी होर वाल ना होवे। तां ही महाराज ने गुरु नानक दे घर दी फिलासफी ही
ਬਾਣੀ ਹੀ ਇੱਕ ਓੰਕਾਰ ਤੋਂ ਆਰੰਭ ਹੁੰਦੀ ਹੈ। ਅਸੀਂ ਇੱਕ ਦੇ ਉਪਾਸਕ ਬਣਨਾ ਹੈ, ਕੋਈ ਦੇਵੀ ਦੇਵਤੇ ਦੇ ਨਹੀਂ, ਸਭ ਨੂੰ ਸਤਿਕਾਰ ਕਰੋ। ਅਸੀਂ ਕਿਸੇ ਦਾ ਵੀ ਨਹੀਂ। ਇਹ ਚੀਜ਼ਾਂ ਤਾਂ ਹੀ ਸਾਨੂੰ ਅੰਦਰ ਤੱਕ ਮਹਾਰਾਜ ਸਾਨੂੰ ਸਮਝਾਉਣਾ ਚਾਹੁੰਦੇ ਨੇ, ਭਾਈ ਇਸ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਓ। ਬਸ ਜਿਹੜਾ ਪਤਨੀ ਦਾ ਇੱਕ ਪਤੀ ਹੁੰਦਾ ਨਾ, ਇੱਕ ਦੇ ਉੱਤੇ ਪਿਆਰ ਕਰਦੀ ਹੈ, ਉਹ ਪਤਨੀ ਸ਼ੋਭਾ ਸੰਸਾਰ ਵਿੱਚ ਵੀ ਖੱਟਦੀ ਹੈ। ਤੇ ਅਸੀਂ ਵੀ ਜੀਵ ਰੂਪੀ ਇਸਤਰੀਆਂ ਵਾਂ, ਸਾਡਾ ਵੀ ਪਤੀ ਪਰਮੇਸ਼ਰ ਇੱਕੋ ਹੀ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਨਮੋ ਸਰਬ ਭੰਗੇ, ਉਹ ਸਾਰਿਆਂ ਨੂੰ ਨਾਸ਼ ਕਰਨ ਵਾਲਾ ਪਰਮਾਤਮਾ, ਤੇਰਾ ਇਹ ਗੁਣ ਵੇਖ ਕੇ ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮੋ ਕਾਲ ਕਾਲੇ, ਵਾਹ ਤੂੰ ਸਾਰਿਆਂ ਦਾ ਕਾਲ ਹੈ। ਕਾਲ ਕੀ ਹੈ? ਸਮਾਂ, ਮੌਤ, ਸਭ ਦੇ ਮੌਤ। ਔਰ ਪਰਮਾਤਮਾ ਸਭ ਦਾ ਕਾਲ ਹੈ, ਉਹ ਕਾਲਾਂ ਦਾ ਕਾਲ ਨਹੀਂ, ਉਹਦੇ ਉੱਤੇ ਕਾਲ ਦਾ ਅਸਰ ਨਹੀਂ ਹੈ, ਤਾਂ ਹੀ ਉਹਨੂੰ ਅਕਾਲ ਕਹਿੰਦੇ ਨੇ। ਅਕਾਲ ਤੋਂ ਭਾਵ ਕਾਲ ਤੋਂ ਰਹਿਤ, ਉਹਨੂੰ ਕਾਲ ਨਹੀਂ ਆ ਸਕਦਾ। ਅਸੀਂ ਸਭ ਸਮੇਂ ਦੇ ਅਧੀਨ ਹਾਂ। ਜੇ ਰਾਵਣ ਵਰਗਿਆਂ ਦੀ ਗੱਲ ਕਰੀਏ, ਜਿਹਨੇ ਕਾਲ ਨੂੰ ਵਸ ਕੀਤਾ ਹੋਇਆ ਸੀ, ਸਮਾਂ ਆਇਆ, ਉਸ ਪਰਮਾਤਮਾ ਨੇ ਕੋਈ ਵਿਉਂਤ ਬਣਾ ਕੇ ਉਸ ਦੀ ਵੀ ਮੌਤ ਕਰ ਦਿੱਤੀ। ਹਰਨਾਕਸ਼ ਵਰਗਿਆਂ ਦੀ ਮੌਤ ਕਰਤੀ। ਕਿਉਂ? ਕਿਉਂਕਿ ਉਹ ਸਭ ਦਾ, ਅਸੀਂ ਸਭ ਕਾਲਵਸ਼ ਹਾਂ। ਜਿਹੜਾ ਵੀ ਪੈਦਾ ਹੋਇਆ ਉਹਨੇ ਮੌਤ ਆਣੀ ਆਣੀ ਹੈ। ਪਰ ਪਰਮਾਤਮਾ ਤੂੰ ਕਾਲ ਤੋਂ ਰਹਿਤ ਹੈ, ਤਾਂ ਹੀ ਤੈਨੂੰ ਅਕਾਲ ਮੂਰਤ ਕਹੀਦਾ ਹੈ। ਤੇਰੀ ਹਸਤੀ ਮੂਰਤ ਉਹ ਨਹੀਂ ਕੋਈ ਤੁਸੀਂ ਲੱਕੜ ਦੀ ਜਾਂ ਪੱਥਰ ਦੀ ਮੂਰਤੀ ਨੇ, ਮੂਰਤ ਉਹਦੀ ਹਸਤੀ, ਉਹਦੀ ਹੈਸੀਅਤ ਉਹ ਅਕਾਲ ਹੈ, ਕਾਲ ਤੋਂ ਰਹਿਤ ਹੈ। ਇਸ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮਸਤਸਤ ਦਿਆਲੇ, ਇਹਨੂੰ ਫਿਰ ਧਿਆਨ ਨਾਲ ਪੜ੍ਹਨਾ। ਨਮਸਤਸਤ ਦਿਆਲੇ, ਹੇ ਪਰਮਾਤਮਾ ਤੂੰ ਸਾਰੇ ਜੀਵਾਂ ਤੇ ਦਇਆ ਕਰਦਾ ਹੈ। ਤੇਰਾ ਸੁਭਾਅ ਹੈ, ਅਸੀਂ ਹੁਣੇ ਪੜ੍ਹ ਕੇ ਆਏ ਹਾਂ ਨਾ ਸਾਰਾ। ਉਹ ਤੇ ਹਰ ਇੱਕ ਨੂੰ, ਉਹ ਤੇ ਉਹਦਾ ਸੁਭਾਅ ਵੀ ਐਸਾ ਹੈ, ਕਿਸੇ ਨਾਲ ਮਾੜਾ ਨਹੀਂ ਕਰਦਾ। ਅੱਜ ਜਿਹੜਾ ਕੋਈ ਬੰਦਾ ਦੁਖੀ ਹੈ ਨਾ, ਉਹ ਪਰਮਾਤਮਾ ਦੁੱਖ ਨਹੀਂ ਦੇ ਰਿਹਾ। ਦੱਦਾ ਦੋਸ਼ ਨਾ ਦੇਹੂ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਕੋਈ ਵੀ ਬੰਦਾ ਦੁਖੀ ਹੈ ਸਰੀਰ ਕਰਕੇ, ਅਗਰ ਆਦ ਵਿਆਦ ਉਪਾਦ 3 ਤਰ੍ਹਾਂ ਦੇ ਦੁੱਖ ਨੇ, ਕਿਸੇ ਕਾਰਨ ਵੀ ਕੋਈ ਦੁਖੀ ਹੈ, ਪਰਮਾਤਮਾ ਨੇ ਉਹਨੂੰ ਦੁੱਖ ਨਹੀਂ ਦਿੱਤਾ। ਤੁਸੀਂ ਵੀ ਬੱਚੇ ਪਾਲ ਰਹੇ ਹੋ, ਤੁਸੀਂ ਆਪਣੇ ਬੱਚਿਆਂ ਨੂੰ ਦੁੱਖ ਦੋਗੇ, ਪਰ ਬੱਚਾ ਹੀ ਕਰਮ ਐਸੇ ਕਰੇਗਾ ਤੇ ਬੱਚੇ ਨੂੰ ਦੁੱਖ ਸੁਭਾਵਕ ਪੈਣਗੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹਦਾ ਸੁਭਾਅ ਕੀ ਹੈ? ਹੇ ਪਰਮਾਤਮਾ ਜਦ ਮੈਂ ਵੇਖਣਾ ਵਾਂ, ਤੇਰਾ ਦਿਆਲਤਾ ਦਾ ਸੁਭਾਅ ਹੈ। ਕਿੰਨੇ ਮਰਜ਼ੀ ਕਰਮ ਮਾੜੇ ਕੀਤੇ ਹੋਣ, ਪਰ ਜਿਹੜਾ ਇੱਕ ਵਾਰੀ ਢਹਿ ਪਵੇ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਚਿੜਕੇ ਬੋ ਪਾਤੀ, ਬੋੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਉਹ ਦਿਆਲਤਾ ਦੇ ਵਿੱਚ ਆ ਜਾਏ ਤੇ ਸਾਰੇ ਗੁਨਾਹ ਬਖਸ਼ ਦਿੰਦਾ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਮੈਂ ਉਹਦੀ ਦਿਆਲਤਾ ਦਾ ਗੁਣ ਵੇਖ ਕੇ ਪਰਮਾਤਮਾ ਮੈਂ ਤੁਹਾਨੂੰ ਨਮਸਕਾਰ ਕਰ ਰਿਹਾ ਵਾਂ। ਨਮਸਤੰਗ ਅਭਰਨੇ, ਅਭਰਨੇ ਭਾਵ ਤੇਰਾ ਕੋਈ ਵਰਣਨ ਨਹੀਂ ਕਰ ਸਕਦਾ, ਤੇਰੀ ਕੋਈ ਕਥਾ ਨਹੀਂ ਕਰ ਸਕਦਾ। ਇਹ ਨਹੀਂ ਕਿ ਮੈਂ ਕਥਾ ਕਰ ਰਿਹਾ ਤੇ ਮੈਂ ਉਹਦੀ ਮੁਕੰਮਲ ਕਥਾ ਕਰ ਰਿਹਾ, ਇਹ ਤੇ ਉਹਦਾ ਇੱਕ ਕਿਣਕਾ ਵੀ ਨਹੀਂ ਹੈ ਕਥਾ ਦਾ। ਉਹਦਾ ਵਰਣਨ ਪਰਮਾਤਮਾ ਦਾ ਕੋਈ ਨਹੀਂ ਕਰ ਸਕਦਾ। ਕਹਿੰਦੇ ਨੇ ਪਰਮਾਤਮਾ ਤੇ ਬੰਦੇ ਦਾ ਤੇ ਸਿਰਫ 10 ਤੋਂ 15% ਹੀ ਗਿਆਨ ਖੋਲਦਾ ਹੈ, ਪੂਰਾ ਗਿਆਨ ਕਿਸੇ ਦਾ ਨਹੀਂ ਹੈ। ਪੂਰਾ ਗਿਆਨ ਤੇ ਪਰਮਾਤਮਾ ਕੋਲ ਹੀ ਹੈ। ਉਹਦਾ ਵਰਣਨ ਕੋਈ ਵੀ ਚਾਹੇ ਕੋਈ ਨਹੀਂ ਕਰ ਸਕਦਾ। ਇਹ ਸਭ ਅੰਦਾਜ਼ੇ ਲਾਈ ਜਾ ਰਹੇ ਨੇ, ਉਹਦੀ ਕਥਾ ਕਰੀ ਜਾ ਰਹੇ ਨੇ, ਉਹਦੀ ਸੁਣੀ ਸੁਣਾਈ ਉਹਨੂੰ ਵੇਖ ਕੇ ਸਭ ਉਹਦਾ ਵਰਣਨ ਕਰ ਰਹੇ ਨੇ, ਪਰ ਉਹ ਅਭਰਨੇ ਹੈ। ਕੋਈ ਇਹ ਨਾ ਕਹੇ ਕਿ ਮੈਂ ਅੱਜ 4 ਘੰਟੇ ਲਾ ਕੇ ਪਰਮਾਤਮਾ ਦੀ ਕਥਾ ਕਰ ਦਿੱਤੀ ਤੇ ਪਰਮਾਤਮਾ ਨੂੰ ਮੈਂ ਸਾਰਾ ਇੱਕ ਕਥਾ ਦੇ ਵਿੱਚ ਪਰੋ ਦਿੱਤਾ, ਭਾਵ ਇੱਕ ਮੈਂ ਦਾਇਰੇ ਦੱਸਦਾ ਕਿ ਪਰਮਾਤਮਾ ਇਹੀ ਹੈ। ਮਹਾਰਾਜ ਕਹਿੰਦੇ ਨੇ ਨਹੀਂ, ਉਹਨੂੰ ਕੋਈ ਨਹੀਂ ਦੱਸ ਸਕਦਾ। ਇਹ ਸਾਰੀ ਜਪਜੀ ਸਾਹਿਬ ਦੀ ਪੌੜੀ ਪੜੋਗੇ ਨਾ, ਸੋਈ ਸੋਈ ਸਦਾ ਸਚ ਸਾਏ ਸਾਚਾ ਸਾਚੀ ਨਾਈ, ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤੀ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ। ਇਹ ਸਾਰੀ ਪੌੜੀ ਦੇ ਅੰਦਰ ਮਹਾਰਾਜ ਕਹਿੰਦੇ ਨੇ
जे हों जाना आखा नाही कहना कथन ना जाई। पढ़ते हो ना स्टार्टिंग ते, गुरा एक दे बुझाई सबना जियां का एक दाता सोमे विसर ना जाई। ਉਹਨੂੰ ਕੋਈ ਵੀ ਨਹੀਂ ਕਰ ਸਕਦਾ ਕਥਨ। ਤਾਂ ਹੀ ਮਾਰੇ ਕਹਿੰਦੇ ਨੇ ਜੇ ਜਿਸ ਨੂੰ ਕਥਿਆ ਹੀ ਨਹੀਂ ਜਾ ਸਕਦਾ ਉਹ ਆਭਰਨੇ ਹੈ, ਭਾਵ ਕਿ ਉਹਦੀ ਕੋਈ ਵਰਣਨ ਕਥਾ ਨਹੀਂ ਕਰ ਸਕਦਾ। ਮੈਂ ਤਾਂ ਨਮਸਕਾਰ ਕਰਦਾ ਵਾਂ। ਨਮਸਤੰਗ ਅਮਰਨੇ, ਉਹ ਮਰਨ ਤੋਂ ਰਹਿਤ ਹੈ। ਅਸੀਂ ਸਭ ਮੌਤ ਦੇ ਵਿੱਚ ਹਾਂ, ਜਿਹਨੂੰ ਅਮਰ ਕਹਿੰਦੇ ਨੇ। ਅਮਰ ਅਮਰ ਹੁੰਦਾ ਜਿਹਦੀ ਮੌਤ ਨਹੀਂ ਹੁੰਦੀ। ਹਾਂ, ਜੇ ਤੁਸੀਂ ਗੁਰਬਾਣੀ ਦੇ ਨਾਲ ਲੱਗ ਗਏ ਗੁਰਬਾਣੀ, ਫਿਰ ਤੁਸੀਂ ਵੀ ਅਮਰ ਹੋ ਜਾਓਗੇ। ਕਿਵੇਂ? ਕਿਉਂਕਿ ਫਿਰ ਗੁਰਬਾਣੀ ਕਹਿੰਦੀ ਨਾ, ਮਾਰੇ ਕਹਿੰਦੇ ਨੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ। ਜਿਹੜਾ ਪਰਮਾਤਮਾ ਦੇ ਨਾਲ ਲੱਗ ਜਾਂਦਾ ਹੈ ਉਹ ਵੀ ਅਮਰ ਹੋ ਜਾਂਦਾ ਹੈ। ਤਾਂ ਹੀ ਬਾਬਾ ਦੀਪ ਸਿੰਘ ਜੀ ਨੂੰ ਕੀ ਕਹਿੰਦੇ ਆ? ਅਮਰ ਸ਼ਹੀਦ ਕਹੀਦਾ ਨਾ, ਅਮਰ ਸ਼ਹੀਦ। ਉਹ ਅਮਰ ਨੇ। ਬਾਬਾ ਦੀਪ ਸਿੰਘ ਜੀ ਗਏ ਨਹੀਂ, ਅਸੀਂ ਤੇ ਆਏ ਤੇ ਚਲੇ ਜਾਣਾ ਹੈ। ਪਰ ਇਹ ਜਿੰਨੇ ਨਾਮ ਜਪਣ ਵਾਲੇ ਬ੍ਰਹਮ ਗਿਆਨੀ ਭਗਤ ਲੋਕ ਆਏ ਉਹ ਗਏ ਨਹੀਂ। ਅੱਜ ਵੀ ਉਹਨਾਂ ਦੀਆਂ ਵਿਚਾਰਧਾਰਾ ਉਹ ਅਮਰ ਤਾਂ ਨੇ, ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਇਹ ਪਰਮਾਤਮਾ ਤੂੰ ਅਮਰ ਹੈ, ਅਮਰ ਨੇ ਹੈ। ਮੈਂ ਤਾਂ ਨਮਸਕਾਰ ਕਰਦਾ ਵਾਂ। ਨਮਸਤੰ ਜਰਾਰੰਗ, ਜਰਾਰੰਗ ਭਾਵ ਜ਼ਰ ਅੰਗ, ਬੁਢਾਪੇ ਦਾ ਵੈਰੀ ਹੋਣਾ। ਹੇ ਪਰਮਾਤਮਾ ਤੂੰ ਕਦੀ ਬੁੱਢਾ ਹੀ ਨਹੀਂ ਹੋਣਾ। ਅਸੀਂ ਸਾਰੇ ਬੁੱਢੇ ਹੋਣੇ ਨੇ, ਸਾਡੀਆਂ ਅਵਸਥਾ ਨੇ। ਕੋਈ ਬਾਲ ਵਿੱਚ ਚਲਾ ਜਾਂਦਾ, ਕੋਈ ਜਵਾਨੀ ਵਿੱਚ ਚਲਾ ਜਾਂਦਾ, ਪਰ ਪਰਮਾਤਮਾ ਅਸੀਂ ਬੁੱਢਾ ਦੇਖੋ ਤਿੰਨ ਹੁਣੇ ਪੜ੍ਹਿਆ ਨਾ, ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ। ਧੰਨ ਗੁਰੂ ਤੇਗ ਬਹਾਦਰ। ਜਦੋਂ ਮੈਂ ਬਾਲ ਸੀ ਉਸ ਤੋਂ ਬਾਅਦ ਮੈਨੂੰ ਇਕਾਸ ਸੀ ਜਵਾਨੀ ਆਏਗੀ। ਜਵਾਨੀ ਤੋਂ ਬਾਅਦ ਮੇਰੇ ਅੰਦਰ ਬੁਢਾਪਾ ਆ ਗਿਆ। ਉਸ ਤੋਂ ਬਾਅਦ ਅੱਗੇ ਕੁਛ ਨਹੀਂ, ਉਹ ਮੌਤ ਹੈ। ਹੇ ਪਰਮਾਤਮਾ ਤੂੰ ਕਦੀ ਬੁੱਢਾ ਨਹੀਂ ਹੋਣਾ, ਤੇ ਜਿਹੜੇ ਨਾਮ ਜਪਣਗੇ ਉਹ ਵੀ ਬੁੱਢੇ ਨਹੀਂ ਹੋਣਗੇ। ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਗੁਰਮੁਖ ਲੋਕ ਕਦੀ ਬੁੱਢੇ ਨਹੀਂ ਹੁੰਦੇ, ਜਿਹੜੇ ਨਾਮ ਜਪਣ ਵਾਲੇ। ਗੁਰੂ ਅਮਰਦਾਸ ਜੀ ਦੇ ਸਮੇਂ ਮਹਾਰਾਜ ਬਖਸ਼ਿਸ਼ ਕਰਦੇ ਸਨ ਨਾ, ਤੇ ਇੱਕ ਬੁੱਢਿਆਂ ਨੂੰ ਵੀ ਜਵਾਨੀਆਂ ਬਖਸ਼ ਦਿੰਦੇ ਸਨ। 100 ਸਾਲ ਦੇ ਬੁੱਢੇ ਹੁੰਦੇ ਸਨ ਨਾ, ਮਹਾਰਾਜ ਦੀ ਦ੍ਰਿਸ਼ਟੀ ਪੈਂਦੀ ਸੀ। ਬਾਬਾ ਬੁੱਢਾ ਜੀ ਵਰਗੇ 125 ਸਾਲ ਉਹ ਬੁੱਢੇ ਨਹੀਂ ਹੋਏ। ਅਸੀਂ ਮਨ ਤੇ ਤਨ ਦੋਨਾਂ ਕਰਕੇ ਬੁੱਢੇ ਹੋ ਜਾਂਦੇ ਹਾਂ। ਮਨ ਸਾਡਾ ਰੋਗੀ ਹੈ ਵਿਕਾਰਾਂ ਕਰਕੇ, ਤੇ ਤਨ ਰੋਗੀ ਵਿਕਾਰਾਂ ਕਰਕੇ। ਸਰੀਰ ਤਾਂ ਹੀ ਖਰਾਬ ਹੁੰਦਾ ਹੈ ਕਿਉਂਕਿ ਜੇ ਮਨ ਦੇ ਵਿੱਚ ਵਿਕਾਰ ਹੋਣਗੇ ਤਨ ਆਪੇ ਖਰਾਬ ਹੋਏਗਾ। ਪਰ ਜਿਹੜੇ ਗੁਰਮੁਖ ਲੋਕ ਹੁੰਦੇ ਨੇ ਉਹ ਮਨ ਕਰਕੇ ਬੜੇ ਸਟਰੋਂਗ ਹੁੰਦੇ ਨੇ, ਉਸ ਕਰਕੇ ਉਹਨਾਂ ਨੂੰ ਕੋਈ ਸਰੀਰਿਕ ਲੋਕ ਵੀ ਨਹੀਂ ਲੱਗਦੇ। ਤੇ ਗੁਰੂ ਮਹਾਰਾਜ ਕਹਿੰਦੇ ਨੇ ਹੇ ਪਰਮਾਤਮਾ ਤੂੰ ਜਰਾਰੰਗ ਹੈ, ਜ਼ਰਾ ਅਰੰਗ, ਬੁਢਾਪੇ ਤੋਂ ਵੈਰੀ। ਬੁਢਾਪਾ ਨਹੀਂ ਆ ਸਕਦਾ ਤੈਨੂੰ ਕਿਉਂਕਿ ਤੂੰ ਸਰੀਰ ਹੀ ਨਹੀਂ ਹੈ। ਤੈਨੂੰ ਮੈਂ ਨਮਸਕਾਰ ਕਰਦਾ ਹਾਂ। ਨਮਸਤੰ ਕਿਰਤਾਰੰਗ, ਕਿਰਤਾਰੰਗ ਕਰਤਾ, ਉਹਨੂੰ ਬਣਾਉਣ ਵਾਲਾ। ਹੇ ਪਰਮਾਤਮਾ ਸਾਰੀ ਸ੍ਰਿਸ਼ਟੀ ਤੂੰ ਹੀ ਬਣਾਈ ਏ, ਮੈਂ ਤੈਨੂੰ ਨਮਸਕਾਰ ਕਰਦਾ ਵਾਂ। ਨਮੋ ਸਰਬ ਧੰਦੇ, ਇਹ ਜਿਤਨੇ ਧੰਦੇ ਅਸੀਂ ਕਰ ਰਹੇ ਹਾਂ ਨਾ, ਇਹ ਸਭ ਪਰਮਾਤਮਾ ਕਰਵਾ ਰਿਹਾ ਹੈ ਔਰ ਵੇਖ ਵੀ ਰਿਹਾ ਹੈ। ਮੈਂ ਤਾਂ ਨਮਸਕਾਰ ਕਰਨਾ ਪਰਮਾਤਮਾ। ਦੇਖੋ ਸਾਰੇ ਧੰਦੇ ਸਾਨੂੰ ਕਰਵਾ ਰਿਹਾ ਹੈ, ਅਸੀਂ ਕਰੀ ਜਾ ਰਹੇ ਹਾਂ। ਪਰ ਕਮਾਲ ਦੀ ਗੱਲ ਹੈ, ਹੇ ਪਰਮਾਤਮਾ ਆਪ ਤੂੰ ਧੰਦਾ ਕੋਈ ਨਹੀਂ ਕਰਦਾ, ਕਰ ਤੂੰ ਹੀ ਰਿਹਾ। ਇਸ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਨਮਸਤੰ ਅਬੰਦੇ, ਤੂੰ ਬੰਦਨਾ ਤੋਂ ਰਹਿਤ ਹੈ। ਤੈਨੂੰ ਸਾਡੇ ਹਾਰਨਾ, ਤੰਗ ਦਿਲੀਆਂ, ਅੰਦਰ ਜੈਲਸਪੁਣਾ, ਈਗੋ, ਇਹ ਚੀਜ਼ਾਂ ਦੀ ਤੇਰੇ ਅੰਦਰ ਕੋਈ ਵੀ ਵੈਰਤਾ ਨਹੀਂ, ਬੰਧਨ ਨਹੀਂ ਹੈ ਕਿਸੇ ਦਾ। ਅਸੀਂ ਕਿੰਨੇ ਬੰਧਨ ਨੇ ਸਾਡੇ ਵਿੱਚ। ਕਿਸੇ ਰਿਸ਼ਤੇਦਾਰ ਨਾਲ ਕੋਈ ਗੱਲ ਕਹਿ ਦਿੱਤੀ, ਉਹ ਮਨ 'ਚ ਬਿਠਾ ਕੇ ਬੈਠੇ ਹੋਏ ਆ, 30 ਸਾਲ ਹੋ ਗਏ ਨੇ। ਇਹੀਓ ਗੱਲ ਹੁੰਦੀ ਹੈ ਨਾ। ਕਿਸੇ ਭੈਣ ਭਰਾ ਨੇ, ਕਿਸੇ ਯਾਰ ਦੋਸਤ ਨੇ ਫਲਾਣੀ ਗੱਲ ਕਹੀ ਸੀ, ਸਾਨੂੰ ਯਾਦ ਹੈ, ਟੂਟ ਪ੍ਰੀਤ ਗਈ, ਬੁਰ ਬੋਲ, ਮਾੜਾ ਬੋਲਣ ਨਾਲ ਪ੍ਰੀਤ ਟੁੱਟ ਗਈ। ਤੇ ਪਰਮਾਤਮਾ ਕਹਿੰਦੇ ਨੇ ਅਬੰਦੇ ਵੇ, ਉਹਨੂੰ ਕੋਈ ਬੰਧਨ ਨਹੀਂ ਹੈ। ਅਸੀਂ ਕੋਈ ਨਾ ਕੋਈ, ਹਰ ਇੱਕ ਨੇ ਕਿਸੇ ਨਾ ਕਿਤੇ ਪ੍ਰਤੀ ਜੈਲਸੀ ਦੀ ਇੱਕ ਅੰਦਰ, ਸਭ ਚੈੱਕ ਕਰੋ,
मैं भी हाँ विचे। कोई भरा दे नाल अंदर वैर है, किसी का किदे नाल है, किसी का नूह दे नाल है, किसी का जठानी नाल है, किसी का भैन दे नाल है, किसी ना किसी नाल सब दा वैर है। वो बंधना विच पिया होया है। ते महाराज कहंदे ने, हे परमात्मा जद मैं तेरे वाल वेखना वा, तू बंधना तो मुकत है, तैनूं किसी तरह का बंधन नहीं है। नमस्तंग निरसाके, तेरा कोई शरीक नहीं है। साढ़े बड़े शरीक ने, परमात्मा का कोई शरीक नहीं। और मैनूं खिमा कर देना, परमात्मा का शरीक बनना भी नहीं। असी ਜਿਹੜੇ भी शरीक बने वो फिर उस विकारां दी अग्नि विच जल गए। तो इस करके परमात्मा मैं तैनूं नमस्कार करदा। नमस्तन निर्भाके, निर्भाके भाग तो भाव बेखौफ है, उन्होंने किसी का डर नहीं है। असी सब कुछ डरे रहने हैं, सानू हर वक्त डर है किसी ना किसी का, ये ना हो जाए, ये ना हो जाए, बच्चे किवें पढ़नगे, घर किवें चलेगा, आपसी किवें कलेश मुक्कणगे, मौत का डर है। रोज़ सवेर उठदी है सानू चिंता नाल ग्रस्त होए पे सब बंदे। महाराज कहते हैं, हे परमात्मा तैनूं किसी तो डर नहीं है, तू किसी को डरदा ही नहीं, तैनूं किसी काम का डर ही नहीं है। तैनूं मैं नमस्कार करदा। नमस्तंग रहीमे, तू रहम करन वाला है। ये फारसी के अखर ने, नमस्तंग रहीमे, नमस्तंग करीमे। रहीम रहम करन वाला, तू हर एक ते फिर भी रहम करना। करीमे बख्शिश करन वाला, ये फारसी के अखर ने। महाराज कहते मैं तैनूं नमस्कार करदा, क्योंकि जात साहिब जी फारसी भी है, अरबी भी है, संस्कृति भी है, उर्दू भी है, ये सारिया लैंग्वेज अगे आनगियां भी। तो गुरु महाराज कहते नमस्तंग अनंते, हे परमात्मा मैं तो नमस्कार करना वा, तेरा कोई अंत नहीं पा सकता। देखो अंत कारण केते बिलाहे ताके अंत ना पाए जाए। अंत पाने वाले उत्थे चले गए। हुण कोई कहे कि मैं परमात्मा का अंत पा लिया, महाराज कहते हैं इस तरह समझो, धरती, पानी, आकाश, भार, ज्यों क्यों कंडा है, तोले सुनियार। हुण कोई सुनियारा कहे, उहदे कोल जिहड़ा कंडा हुंदा है, क्यों कंडा है, तोले सुनियार। जिस तरह सुनियारे कोल कंडा हुंदा, किन्ना को तोल लैंदा सोने का, अद्धा किलो, किलो तक होएगा, वैसे किलो भी नहीं हुंदा, अद्धा किलो का भी नहीं हुंदा उहदे कोल। हुण सुनियारा कहे मैं धरती का भार या पताल का या आकाश का भार तोल के दस देवांगा, तो मखौल की गल हुई ना। इस तरह परमात्मा का अंत कोई नहीं पा सकता। जे कोई कहेगा तो समझो कि इस तरह का बलफ मार रहा है कि जिस तरह कि कोई सुनियारा कह रहा है कि मेरे कंडे के उत्ते मैं धरती के भार को तोल लिया है, ये तो गल बनेगी नहीं। तो इस करके परमात्मा तू अनंते है, तेरा अंत नहीं पा सकता। अंत न सिद्धि कहन नानत, अंत न करने देन नान। नमस्तंग महंते, महंते होंदा वड्डा। हुण कई डेरियां विच जाओ जी, ये कौन ने, महंत साहब ने, कहंदे हैं ना साडे महंत ने, भई वड्डे वड्डे संत ने। महंत महापुरखां नूं कहंदे ने, जिस तरह वड्डे महंत ला दिंदे ने उन्हां अगे। पर परमात्मा तेरे तो वड्डा महंत कोई भी नहीं है संसार विच। मैं तैनूं नमस्कार करदा वां। नमस्तस्त रागे, रागे राग, राग कह लो। मैं तो जो तेरे राग सुनना वा, उन्हां दियां रागणियां सुनना वा, जदों रागां दे विच वो आनंद आंदा है, मैं तो नमस्कार करना। राग प्रेम का भी नाम है, तेरा प्रेम ही इतना। मैं परमात्मा तू जद लाड लडाना में तो बड़ा ही अच्छा लगता है, इस करके तू प्रेम स्वरूप भी है। मैं तैनूं नमस्कार करदा। नमस्तं सुहागे, तू सुहागना दा सुहाग भी है। देखो जे दुनिया दे असी पति पत्नियां वा ना, एक दिन पति ने छोड़ जाना है या पत्नी ने छोड़ जाना है, वो सुहाग उहदा उजड़ जाना है, कभी भी देख लेना, ये संसार की रीत है। पर जिहड़ा आत्मक तौर पर रब नूं पति बना दिंदा ना, वो कभी भी विधवा नहीं होएगी इस्त्री। क्यों? क्योंकि उहदा जिहड़ा पति है ना परमेश्वर, उन्हें मरना ही नहीं है। तू वर्त रख रहा है ना, तो वर्त रख, है परमात्मा का रख। ये परमात्मा मैं तेरे नाल प्यार करना वा, तो जे मैं परमात्मा नाल प्रेम हो गया, असी सदा सुहागण रवांगियां। क्यों? क्योंकि परमात्मा कदी मरदा नहीं है। तो नमस्तंग सुहागे, तू सुहागना दा सुहाग है। हे परमात्मा मैं तो नमस्कार करदा। नमो सर्व सोखंग, सोख लेना, भाव सुखा देना, नाश कर देना, ये अखर बार बार आ रहे हैं। तो असी यही कहांगे, हे परमात्मा तू सारिਆਂ ਨੂੰ नाश करन वाला है। नमो सर्व पोखंग,
पोखंग पालना करन वाला। हुणे पढ़िया ना, दीनन की प्रतिपाल करे, निसंत उबार गनी मनगारे, पच पशु नग नाग नराधक, सर्व समय सबको प्रतिपारे। पोखत हैं जल में थल में पल में, कल के नहीं कर्म विचारे, दीन दयाल दया निध दोखण देखत हैं पर देत न हारे। वो जल दे विच थल दे विच हर थां ते आकाश जिथे भी कोई रह रहा है सब दी प्रतिपालना कर रहा, दे के पछता नहीं रहा। ਉਹਦਾ ਸੁਭਾਅ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਸਾਡੇ ਦੋਖੀਆਂ ਦੇ, ਸਾਡੇ ਵਿਕਾਰ, ਸਾਡੇ ਮਾੜੇ ਕੰਮ ਦੇਖਣ ਤੋਂ ਬਾਅਦ ਵੀ ਦੇਤ ਨਾ ਹਾਰੇ, ਉਹ ਦਿੰਦਿਆਂ ਫਿਰ ਵੀ ਦੇਈ ਜਾ ਰਿਹਾ ਹੈ। ਮੈਂ ਤਾਂ ਨਮਸਕਾਰ ਕਰਦਾ ਵਾਂ। ਨਮੋ ਸਰਬ ਕਰਤਾ, ਉਹ ਸਭ ਨੂੰ ਬਣਾਉਣ ਵਾਲਾ ਹੈ। ਨਮੋ ਸਰਬ ਹਰਤਾ, ਸਾਰਿਆਂ ਨੂੰ ਮਾਰਨ ਵਾਲਾ ਹੈ। ਜਿਸ ਤਰ੍ਹਾਂ ਹੁਣੇ ਪੜਿਆ, ਹਰਨ ਪਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਨਮੋ ਜੋਗ ਜੋਗੇ, ਉਹ ਜੋਗੀਆਂ ਦਾ ਜੋਗੀ ਹੈ। ਤੁਸੀਂ ਦੁਨੀਆ ਵਿੱਚ ਕਿੰਨੇ ਜੋਗੀ ਦੇਖੇ ਹੋਣਗੇ, ਪਰ ਪਰਮਾਤਮਾ ਤੋਂ ਵੱਡਾ ਕੋਈ ਜੋਗ। ਤੂੰ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਤੂੰ ਭੋਗ ਵੀ ਤੂੰ ਰਿਹਾ। ਅੱਗੋਂ ਮਹਾਰਾਜ ਕਹਿੰਦੇ ਨਮੋ ਭੋਗ ਭੋਗੇ, ਉਹ ਸਾਰਿਆਂ ਦੇ ਵਿੱਚ ਭੋਗ ਵੀ ਰਿਹਾ ਹੈ। ਅਸੀਂ ਜੋ ਕੁਝ ਖਾ ਰਹੇ ਹਾਂ ਨਾ, ਜੋ ਕੁਝ ਪਹਿਨ ਰਹੇ ਹਾਂ, ਜੋ ਕੁਝ ਦੇਖ ਰਹੇ ਹਾਂ, ਇਹ ਪਰਮਾਤਮਾ ਹੀ ਭੋਗ ਰਿਹਾ ਹੈ। ਇਹ ਪਰਮਾਤਮਾ ਸਵਾਦ ਲੈ ਰਿਹਾ ਸਾਰੇ। ਅਸੀਂ ਅੱਛੀ ਚੀਜ਼ ਖਾਂਦੇ ਹਾਂ ਨਾ, ਇਹ ਪਰਮਾਤਮਾ ਭੋਗੀ ਹੈ, परमात्मा ही खा रहा है। तो गुरु साहब कहते ने वो पूरा ही भोगण वाला है, पर आप भोगां तो रहता है। नमो भोग भोगे, मैं इस करके मैं तो नमस्कार करना। नमो सर्व दयाले, सारियां ते दया करन वाला है। लास्ट विच महाराज 28ਵੀਂ पौड़ी च कह रहे ने, अखीरली पंक्ति विच नमो सर्व पाले। फिर अखर रिपीट हो रहे हैं क्योंकि ये जाप है। जाप हुंदा है बार बार आने, किसी अखर नूं दृढ़ कराउण वास्ते। असीं बच्चों नूं कहंदे हां, ਤੁਸੀਂ ਬੱਚਿਆਂ ਨਹੀਂ ਕਹਿੰਦੇ ਬਈ ਬੱਚਿਆ ਪੜ੍ਹਿਆ ਕਰੋ, ਇੱਕੋ ਵਾਰੀ ਕਹਿੰਦੇ ਹੋ, ਰੋਜ਼ ਕਹਿੰਦੇ ਹੋ ਨਾ, ਫਿਰ ਇੱਕ ਦਿਨ ਭੁੱਲ ਗਏ ਫਿਰ ਕਹਿੰਦੇ ਹੋ ਬੱਚਿਆ ਪੜ੍ਹਿਆ ਕਰੋ। ਉਹ ਕਹਿੰਦਾ ਪਾਪਾ ਤੁਸੀਂ ਰੋਜ਼ ਕਹਿ ਰਹੇ ਹੋ, ਕਿਉਂ ਕਹਿੰਦੇ ਹੋ ਤੁਸੀਂ? ਕਿਉਂਕਿ ਉਸ ਬੱਚੇ ਦੇ ਜ਼ਿਹਨ ਵਿੱਚ ਗੱਲ ਆ ਜਾਏ। ਕੋਈ ਬੱਚਾ ਮਾੜਾ ਕੰਮ ਕਰ ਰਿਹਾ, ਤੁਸੀਂ ਕਹਿੰਦੇ ਬੱਚਿਆ ਨਾ ਕਰ। 2 ਵਾਰੀ ਕਹਿੰਦੇ ਹੋ, 3 ਵਾਰੀ ਕਿਉਂ ਕਹਿੰਦੇ ਹੋ? ਕਿਉਂਕਿ ਬੱਚੇ ਨੂੰ ਸਮਝ ਆ ਜਾਏ ਇਹ ਕੰਮ। ਹੁਣ ਇੱਕ ਬੱਚਾ ਛੋਟਾ ਹੈ, ਉਹ ਮੋਟਰਸਾਈਕਲ ਮੰਗ ਰਿਹਾ, ਤੁਹਾਨੂੰ ਪਤਾ ਹੈ, ਤੁਸੀਂ ਪਿਤਾ ਹੋ, ਇਹ ਛੋਟਾ ਵੇ, ਕਿਤੇ ਐਕਸੀਡੈਂਟ ਦੀ ਡੈਥ ਨਾ ਹੋ ਜਾਏ, ਕਿਤੇ ਐਕਸੀਡੈਂਟ ਨਾਲ ਲੱਗ ਨਾ ਜਾਏ ਚੋਟ, ਪਰ ਉਹ ਜਿੱਦੇ ਚੜਿਆ, ਮੈਨੂੰ ਚਾਹੀਦੀ ਹੈ ਮੋਟਰਸਾਈਕਲ ਚਾਹੀਦੀ ਹੈ। ਤੇ ਪਿਓ ਨੂੰ 4-5 ਵਾਰੀ ਕਹਿੰਦਾ, ਉਹਨੂੰ ਬਾਰ-ਬਾਰ ਕਹਿੰਦਾ ਨਾ, ਪਿਓ ਨੂੰ ਪਤਾ ਹੈ ਇਹਦਾ ਨੁਕਸਾਨ ਹੋਏਗਾ। ਇਸੇ ਤਰ੍ਹਾਂ ਗੁਰੂ ਸਾਹਿਬ ਸਾਨੂੰ ਬਾਰ-ਬਾਰ ਅੱਖਰ ਯੂਜ਼ ਕਰਕੇ ਸਾਡੇ ਮਨ ਦੀ ਅਵਸਥਾ ਨੂੰ ਉਸ ਤੱਕ ਲਿਆਉਣਾ ਚਾਹੁੰਦੇ ਨੇ ਕਿ ਤੈਨੂੰ ਇਹ ਗੱਲ ਦ੍ਰਿੜ ਹੋ ਜਾਏ ਕਿ ਬੱਚਿਆ ਇਹ ਪਰਮਾਤਮਾ ਦੀ ਸ਼ਕਤੀਆਂ ਬਹੁਤ ਨੇ, ਉਹਦੇ ਗੁਣਾਂ ਨੂੰ ਧਾਰਨ ਕਰ। ਤੈਨੂੰ ਫਿਰ ਦੁਨੀਆ ਦੇ ਲੋਕਾਂ ਦੀ ਸ਼ਕਤੀਆਂ ਨਜ਼ਰ ਹੀ ਨਹੀਂ ਆਉਣਗੀਆਂ, ਤੈਨੂੰ ਆਲ ਹੀ ਨਾਲ ਪਰਮਾਤਮਾ ਹੀ ਨਜ਼ਰ ਆਏਗਾ। ਕਿਉਂ? ਕਿਉਂਕਿ ਪਰਮਾਤਮਾ ਹੀ ਕਰਤਾ ਹੈ, ਹਰਤਾ ਹੈ, ਉਹੀ ਕਰਨ ਵਾਲਾ ਹੈ, ਉਹੀ ਹਰਨ ਵਾਲਾ ਹੈ। ਤੋ ਇਸ ਕਰਕੇ ਮੈਂ ਤੈਨੂੰ ਪਰਮਾਤਮਾ ਨਮਸਕਾਰ ਕਰਨਾ, ਤੂੰ ਸਭ ਦੀ ਪਾਲਣਾ ਕਰ ਰਿਹਾ ਹੈ। ਸੋ ਅੱਜ ਭੁਜੰਗ ਪ੍ਰਿਆ ਛੰਦ ਦੀ ਸਮਾਪਤੀ ਹੋਈ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਅਗਲੇ ਹਫ਼ਤੇ ਸਵਾਸ ਬਖਸ਼ਣ ਤੇ ਚਾਚਰੀ ਛੰਦ ਅਰੂਪ ਹੈ ਅਨੂਪ ਹੈ ਦੀ ਅਸੀਂ ਵਿਚਾਰ ਮਿਲ ਕੇ ਸਾਂਝ ਕਰਾਂਗੇ। ਮੈਂ ਸਮਝਦਾ ਭੁੱਲ ਇੱਕ ਨਹੀਂ ਨੇਕਾਂ ਹੋਈਆਂ ਨੇ, ਉਹ ਇੱਕ ਇਨਸਾਨੀਅਤ ਫਿਤਰਤ ਹੈ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਸੀਂ ਸਾਰੇ ਭੁੱਲਣਹਾਰ ਜੀਵ ਹਾਂ, ਸਾਡੀਆਂ ਗਲਤੀਆਂ ਨਾ ਚਿਤਾਰਨੀਆਂ। ਚੰਗਾ ਬਚਨ ਜਿਹੜਾ ਲੱਗੇ ਉਹ ਗੁਰੂ ਦਾ ਹੈ, ਉਹਨੂੰ ਜ਼ਰੂਰ ਅਡਾਪਟ ਕਰੋ, ਜੀਵਨ ਦੇ ਵਿੱਚ ਲਿਆਓ। ਇਤਨੀ ਸੇਵਾ ਪ੍ਰਵਾਨ ਕਰਨੀ। ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਔਰ ਆਉਣ ਵਾਲੇ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ। ਜਿਸ ਤਰ੍ਹਾਂ 52 ਰਾਜਿਆਂ ਦੀ ਬੰਦ ਕਲਾਸੀ ਕੀਤੀ ਸੀ, ਮੁਕਤ ਕੀਤਾ ਸੀ, ਮਹਾਰਾਜ ਸਾਨੂੰ ਵੀ ਬੰਧਨਾਂ ਤੋਂ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਤੋਂ ਮਹਾਰਾਜ ਸਾਡੇ ਤੇ ਵੀ ਬੰਧਨ ਮੁਕਤ ਕਰਨ। ਅਸੀਂ ਵੀ ਬੰਧਨਾਂ ਦੇ ਜਕੜੇ ਹੋਏ ਹਾਂ, ਇਹ ਕਿਰਪਾ ਸਾਡੇ ਤੇ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।